ਕਹਿੰਦੇ ਨੇ ਜਜ਼ਬਾ ਪਰਬਤਾਂ ਨੂੰ ਹਿਲਾਉਣ ਦੀ ਸਮਰੱਥਾ ਰੱਖਦਾ ਹੈ। ਇਸ ਵੇਲੇ ਜਜ਼ਬਾ ਹੈ ਦੇਸ਼ ਦੇ ਕਿਸਾਨਾਂ ਦਾ ਤੇ ਪਰਬਤ ਜਿਹੀ ਜਾਪ ਰਹੀ ਹੈ ਦੇਸ਼ ਦੀ ਸਰਕਾਰ। ਮੰਗ ਸਿਰਫ ਇੰਨੀ ਕਿ ਕਿਸਾਨ ਦੀ ਕਿਸਮਤ ਤੇ ਉਸ ਦੀ ਜ਼ਮੀਨ ਦਾ ਫੈਸਲਾ ਉਸ ਦੀ ਮਰਜ਼ੀ ਤੋਂ ਬਿਨਾਂ ਨਾ ਕੀਤਾ ਜਾਏ। ਇੱਕ ਵਾਰ ਫਿਰ ਕਿਸਾਨ ਏਕਤਾ ਨੂੰ ਦਰਸਾਉਣ ਲਈ ਪੰਜਾਬ ਦੇ ਕਿਸਾਨ ਇਕੱਠੇ ਹੋਏ ਨੇ ਚੰਡੀਗੜ੍ਹ ਵਿੱਚ ਅਤੇ ਆਓ ਦੇਖਦੇ ਹਾਂ ਕੀ ਹੈ ਅੱਜ ਦਾ ਫੈਸਲਾ। ਅੱਜ ਸਾਡੇ ਨਾਲ ਮੌਜੂਦ ਨੇ ਮੋਹਾਲੀ ਦੇ ਰਹਿਣ ਵਾਲੇ ਰਜਿੰਦਰ ਸਿੰਘ ਬਾਲੀ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਉਸ ਵੇਲੇ ਲਾਲ ਕਿਲੇ ਤੇ ਮੌਜੂਦ ਸਨ ਜਿਸ ਦੀਆਂ ਅਲੱਗ-ਅਲੱਗ ਕਹਾਣੀਆਂ ਅਸੀਂ ਦੇਖੀਆਂ। ਆਓ ਰਜਿੰਦਰ ਸਿੰਘ ਜੀ ਦੇ ਦੁਆਰਾ ਜਾਣਦੇ ਹਾਂ ਕਿ ਕੀ ਹੋਇਆ ਸੀ ਉਸ ਦਿਨ ਤੇ ਕੀ ਦਿਖਾਇਆ ਗਿਆ। ਬੇਟਾ ਲਾਲ ਕਿਲੇ ਜਦੋਂ ਅਸੀਂ ਸਿੰਘੂ ਬਾਰਡਰ ਤੋਂ ਗਏ ਆ, ਸਾਨੂੰ ਸ਼ੁਰੂ ਹੀ ਤਾਂ ਰੋਕਿਆ ਨਹੀਂ ਗਿਆ। ਗਾਂਹ ਜਾ ਕੇ 10 ਕਿਲੋਮੀਟਰ ਬਾਅਦ 2 ਬੈਰੀਕੇਡ ਸਾਡੇ ਨਾਲ ਪੁਲਿਸ ਨੇ ਕੀਤਾ। ਅਸੀਂ ਕਿਹਾ ਸਾਨੂੰ ਗੋਲੀਆਂ ਮਾਰੋ, ਤੋਪਾਂ ਮਾਰੋ, ਅਸੀਂ ਅੰਦਰ ਜ਼ਰੂਰ ਜਾਣਾ। ਲਾਲ ਕਿਲੇ ਦੀ ਗੱਲ ਨਹੀਂ ਸੀ ਵੀ ਅਸੀਂ ਅੰਦਰ ਦਿੱਲੀ ਦੇ ਜਾਣਾ, ਸਾਨੂੰ ਮਾਰੋ, ਤੁਸੀਂ ਡਿਊਟੀਆਂ ਕਰਦੇ ਹੋ, ਤੁਸੀਂ ਮਜਬੂਰ ਹੋ, ਤੁਸੀਂ ਡਾਂਗਾ ਮਾਰੋ, ਗੋਲੀ ਚਲਾਓ, ਅਸੀਂ ਤਾਂ ਵੀ ਜਾਵਾਂਗੇ, ਤੁਹਾਨੂੰ ਨਹੀਂ ਮਾਰਾਂਗੇ ਅਸੀਂ। ਇੱਕ ਨਿਹੰਗ ਦਾ ਘੋੜਾ ਵੀ ਸ਼ਹੀਦ ਹੋ ਗਿਆ। ਫਿਰ ਮੈਂ ਉਦੋਂ ਬੈਰੀਕੇਡ ਲੈ ਕੇ ਮੈਂ ਪੁਲਿਸ ਕੋਲ ਗਿਆ ਸੀ, ਉਹਦੀ ਮੂਵੀ ਮੇਰੇ ਕੋਲ ਹੈਗੀ ਆ। ਉਦੋਂ ਪੁਲਿਸ ਨਾਲ ਮੈਂ ਇਹੀ ਕਿਹਾ, ਮੈਂ ਤੁਹਾਨੂੰ ਤਾਂ ਮਾਰੂੰਗਾ ਨਹੀਂ ਕਿਰਪਾਨ, ਮੈਂ ਆਪਣੇ ਆਪ ਨੂੰ ਮਾਰਨ ਲੱਗਾ ਜੇ ਤੁਸੀਂ ਅਸੂ ਗੈਸ ਦੇ ਗੋਲੇ ਬੰਦ ਨਹੀਂ ਕਰਦੇ। ਉਹਦਾ ਪ੍ਰੂਫ ਹੈ ਮੇਰੇ ਕੋਲ। ਬੇਟਾ ਉਹਨਾਂ ਨੇ ਅਸੂ ਗੈਸ ਦੇ ਗੋਲੇ ਵਾਕਈ ਬੰਦ ਕਰਤੇ। ਉਸ ਤੋਂ ਬਾਅਦ ਫਿਰ ਅਸੀਂ ਅੱਗੇ ਚਲੇ ਗਏ। ਲਾਲ ਕਿਲੇ ਪਹਿਲਾਂ ਹੀ ਅੰਦਰ ਭੰਨ ਤੋੜ ਹੋਈ ਸੀ। ਸਿੱਧੂ ਨੇ ਕੋਈ ਝੰਡਾ ਨਹੀਂ ਉਤਾਰਿਆ, ਕੋਈ ਨਾਰਾ ਨਹੀਂ ਲਾਇਆ, ਸਿਰਫ ਨਿਸ਼ਾਨ ਸਾਹਿਬ ਜ਼ਰੂਰ ਨੇ ਲਵਾਇਆ। ਇਹ ਸਭ ਐਵੇਂ ਹੀ ਹੋ ਰਿਹਾ। ਪਹਿਲਾਂ ਹੀ ਉੱਥੇ ਤੋਂ ਜਿਹੜੀ ਤੋੜ ਭੰਨ ਹੋਈ ਹੈ ਪਹਿਲਾਂ ਹੀ ਹੋਈ ਆ। ਜਿਹੜੀ ਪੁਲਿਸ ਨੇ ਗੋਲੀ ਚਲਾਈ ਆ ਉਹ ਵੀ ਉੱਥੇ ਹੀ ਉੱਪਰੋਂ ਚਲਾਈ ਆ। ਉਦੋਂ ਕੁਛ ਨਹੀਂ ਕਰਦੇ ਸੀ ਕੋਈ ਮੁੰਡੇ, ਕੋਈ ਕਿਸੇ ਨੂੰ ਡਾਂਗ ਨਹੀਂ ਮਾਰੀ। ਬਾਅਦ 'ਚ ਹੋਇਆ ਉਹਨਾਂ ਬੀਜੇਪੀ ਦੇ ਬੰਦਿਆਂ ਨੇ ਪੁਲਿਸ ਵਾਲਿਆਂ ਨਾਲ ਆਪਣੇ ਰਲ ਕੇ ਡਾਂਗਾ ਮਾਰੀਆਂ, ਦਿਖਾਵਾ ਕੀਤਾ। ਮੋਦੀ ਕਹਿੰਦਾ ਸੀ ਬਈ ਇਹ ਅੱਤਵਾਦੀ ਆ, ਇਹ ਵੱਖਵਾਦੀ, ਇਹ ਪਾਕਿਸਤਾਨੀ ਆ। ਅੰਦਰੋਂ ਉਹਨੂੰ ਬੇਈਮਾਨ ਨੂੰ ਪਤਾ ਹੀ ਬਈ ਇਹ ਲੋਕ ਕਿਸਾਨ ਆ, ਆਪਣੇ ਹੱਕ ਲੈਣ ਆਏ ਆ। ਤਾਂ ਹੀ ਬਾਰ-ਬਾਰ ਸਾਨੂੰ ਤਰੀਕਾ ਦਿੰਦਾ ਸੀ ਅੱਜ ਉੱਥੇ ਆ ਜਾਓ, ਅੱਜ ਉੱਥੇ ਆ ਜਾਓ, ਪਰ ਮੰਨਦਾ ਨਹੀਂ ਸੀ। ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ। ਬਹੁਤ-ਬਹੁਤ ਸ਼ੁਕਰੀਆ। ਜੈ ਕਿਸਾਨ ਜਿੰਦਾਬਾਦ ਜਿੰਦਾਬਾਦ। ਕਾਲੇ ਕਾਨੂੰਨ ਰੱਦ ਕਰੋ, ਕਾਲੇ ਕਾਨੂੰਨ ਰੱਦ ਕਰੋ। ਦੁੱਕੀ ਤਿੱਕੀ ਚੱਕ ਦਿਆਂਗੇ, ਤੋੜ ਦੇ ਗੋਡਾ ਰੱਖ ਦਿਆਂਗੇ। ਦੁੱਕੀ ਤਿੱਕੀ ਚੱਕ ਦਿਆਂਗੇ, ਤੋੜ ਦੇ ਗੋਡਾ ਰੱਖ ਦਿਆਂਗੇ। राम निवास जी, तुसी की कहना चाहते हो? होनी साडी गल हो रही सी ये जी हम ये कहना चाहते हैं, पंजाबी तो हमारे समझ में बहुत कम आती है। जो भी हम टिकरी बॉर्डर पर जमे हुए हैं 56-57 दिन से, वो तो 86 दिन से आंदोलन चल रहा है। हम बाद में गए थे तो यहाँ मीडिया है नहीं हमारा, वहाँ कुछ भी नहीं दिखाते। वहाँ हमारी लाइट भी काट दी गई है, पानी भी काट दिया गया, नेट भी बंद है, हमें यहाँ कोई सुविधा नहीं। वहाँ दिल्ली पुलिस बिल्कुल तंग करती है हमें, बिल्कुल ज़बरदस्ती। सिलेंडर ख़त्म हो जाते हैं, हमारे बाज़ार में सिलेंडर भी नहीं भरते वो, हम लकड़ियों से काम चलाते हैं। विदेशों से हमारी BBC लंदन से भी खबर आती, वो तो दिखा देते हैं रेडियो पे भी या उस पे भी। लेकिन इंडिया का मीडिया तो अमित शाह ने बिल्कुल गुलाम बना रखा है, गृह मंत्री ने। ये खरीदा हुआ बीजेपी के द्वारा सारा, ये मीडिया कुछ नहीं। हकीकत में ਤੁਸੀਂ 56 ਦਿਨਾਂ ਤੋਂ ਅੰਦੋਲਨ ਦਾ ਹਿੱਸਾ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਕੀ ਨਤੀਜਾ ਨਿਕਲਣ ਵਾਲਾ ਹੈ ਇਸ ਅੰਦੋਲਨ ਦਾ ਤੇ ਕਿੰਨਾ ਲੰਬਾ ਚੱਲ ਸਕਦਾ ਹੈ? लंबा तो ऐसे जी हमारे नेता भी कहते हैं, जैसे लंबा का तो इसका पता नहीं, 2 साल चल लगा, 3 साल लगा। समाधान तो बहुत हमें जमींदारों नहीं करना पड़ेगा। इसका गवर्नमेंट तो कोई 2024 में चली जाओगी। अगली सरकार देखो, हमारा इतना तो आंदोलन बनने उनका नाम ही नहीं कि ये भी अड़ी हुई, हम भी अड़े हुए हैं। ये आंदोलन तो ये गवर्नमेंट नहीं सोचन की, क्योंकि फसल आएगी 1.5 महीने के बाद, पर फसल आ जाएगी। टिकैत साहब ने कह दिया यदि हमें जलानी पड़ेगी, नहीं जलाया ध्यान कर जो की काट लेंगे बस, लेकिन बॉर्डर से वापस आने का हमारा नाम ही नहीं है।
ਘੁੰਮਦੇ ਘੁਮਾਉਂਦੇ ਅਸੀਂ ਆ ਪਹੁੰਚੇ ਹਾਂ ਤੇ ਇੱਥੇ ਅਸੀਂ ਮਿਲੇ ਹਾਂ ਇੱਕ ਪੰਜਾਬ ਦੇ ਰਿਟਾਇਰਡ ਆਫਿਸਰ IAS ਆਫਿਸਰ ਨੂੰ। ਸਰ ਦਾ ਨਾਮ ਹੈ ਕੁਲਬੀਰ ਸਿੰਘ ਸਿੱਧੂ ਜੀ। ਸਰ ਤੁਹਾਡਾ ਕੀ ਕਹਿਣਾ ਹੈ ਇਸ ਅੱਜ ਦੀ ਮਹਾਸਭਾ ਬਾਰੇ? ਅੱਜ ਦੀ ਮਹਾਸਭਾ ਬਾਰੇ, ਮਹਾ ਪੰਚਾਇਤ ਦੇ ਬਾਰੇ ਚ ਮੇਰਾ ਇਹ ਕਹਿਣਾ ਹੈ ਕਿ ਅੱਜ ਐਡੀ ਸ਼ਾਨਦਾਰ ਇਹ ਮਹਾ ਪੰਚਾਇਤ ਹੋ ਰਹੀ ਆ ਜਿਹੜੀ ਕਿ ਚੰਡੀਗੜ੍ਹ ਦੇ ਵਿੱਚ ਆਰਡੀਨਰਲੀ ਅਨਐਕਸਪੈਕਟਡ ਹੁੰਦੀ ਆ। ਚੰਡੀਗੜ੍ਹ ਦੇ ਲੋਕਾਂ ਦੀ ਇਹ ਆਦਤ ਹੈ ਕਿ ਮਤਲਬ ਉਹ ਘਰ ਚੋਂ ਨਿਕਲਦੇ ਨਹੀਂ ਛੇਤੀ ਔਰ ਇਹ ਬਿਨਾਂ ਪਰਟੀਕੂਲਰ ਸੱਦੇ ਤੋਂ ਆਪਣੇ ਆਪ ਹੀ ਜਿਹੜਾ ਜਨ ਸਲਾਬ ਆ ਉਹ ਉਮੜ ਕੇ ਆ ਰਿਹਾ। ਇਹਦਾ ਮਤਲਬ ਇਹ ਹੀ ਦੱਸਦਾ ਹੈ ਕਿ ਲੋਕ ਕਿਸ ਤਰ੍ਹਾਂ ਸਮਝਦੇ ਨੇ ਕਿ ਅਸੀਂ ਪੀੜਤ ਹੋ ਜਾਵਾਂਗੇ। ਮੈਂ ਹਮੇਸ਼ਾ ਕਹਿੰਦਾ ਕਿ ਇਹ ਲੀਡ ਜ਼ਰੂਰ ਕਿਸਾਨਾਂ ਨੇ ਦਿੱਤੀ ਹੈ ਇਸ ਅੰਦੋਲਨ ਨੂੰ, ਪਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਇਫੈਕਟ ਹੋਣ ਵਾਲਾ ਜਿਹੜਾ ਸੈਕਟਰ ਹੈ ਉਹ ਕੰਜ਼ਿਊਮਰ ਸੈਕਟਰ ਹੋਏਗਾ। ਸਰ ਐਵੇਂ ਦੇ ਵੀ ਕੁਝ ਡਿਬੇਟ ਸਾਹਮਣੇ ਆਏ ਸੀ ਕਿ ਕਿਸੇ ਵੀ ਇੰਡਸਟਰੀ ਦੀ ਅਗਰ ਤਰੱਕੀ ਕਰਾਣੀ ਹੈ ਤਾਂ ਉਹਦੀ ਪ੍ਰਾਈਵੇਟਾਈਜੇਸ਼ਨ ਜ਼ਰੂਰੀ ਹੈ। ਸੋ ਫਿਰ ਇੱਕ ਕੰਟਰਡਿਕਸ਼ਨ ਜਦੋਂ ਅਸੀਂ ਕਿਸਾਨ ਅੰਦੋਲਨ, ਕਿਸਾਨਾਂ ਦੇ ਲਾਜ਼ ਦੇ ਨਾਲ ਦੇਖਦੇ ਹਾਂ, ਫਿਰ ਇਹ ਕੰਟਰਡਿਕਸ਼ਨ ਨੂੰ ਅਸੀਂ ਕਿਵੇਂ ਕਾਊਂਟਰ ਕਰਦੇ ਹਾਂ? ਨਹੀਂ, ਕੰਟਰਾਡਿਕਸ਼ਨ ਤੇ ਇਹ ਆ ਕਿ ਗਵਰਨਮੈਂਟ ਦੀ ਜੋ ਵੀ ਪਾਲਿਸੀ ਹੁੰਦੀ ਆ, ਜੇ ਕੋਈ ਕਿਸੇ ਦੇਸ਼ ਦੀ ਗਵਰਨਮੈਂਟ ਮਤਲਬ ਪ੍ਰੋ ਫਾਰਮਰਸ ਚੱਲਣਾ ਚਾਹਵੇ, ਜੇ ਅਸੀਂ ਮਤਲਬ ਯੂਨਾਈਟਿਡ ਸਟੇਟਸ ਜਾਂ ਕੈਨੇਡਾ ਜਾਂ ਯੂਰਪੀਅਨ ਕੰਟਰੀਜ਼ ਦੀ ਪਦ ਚਿੰਨ੍ਹਾਂ ਦੇ ਉੱਤੇ ਚੱਲਣਾ ਤੇ ਇਹ ਵੀ ਦੇਖਣਾ ਪਏਗਾ ਵੀ ਉੱਥੇ ਸਬਸਿਡੀ ਕਿੰਨੀ ਮਿਲਦੀ ਆ। ਹੁਣ ਅਮਰੀਕਾ ਦੇ ਵਿੱਚ, ਯੂਨਾਈਟਿਡ ਸਟੇਟਸ ਦੇ ਵਿੱਚ ਪਰ ਫਾਰਮਰ $62,000 ਪਰ ਐਨਮ ਸਬਸਿਡੀ ਮਿਲਦੀ ਆ। ਐਤਕੀ ਅਮਰੀਕਾ ਨੇ ਜਿਹੜਾ ਆਪਣਾ ਰੱਖਿਆ $810 ਬਿਲੀਅਨ ਦੀ ਉਹਨਾਂ ਨੇ ਸਬਸਿਡੀ ਪ੍ਰੋਵਾਈਡ ਕੀਤੀ, ਪਰ ਸਾਡੇ ਤੇ ਅੱਗੇ ਵਜੇ ਹੋਏ ਨੇ, ਕੋਈ ਹੈ ਹੀ ਨਹੀਂ। ਤੇ ਇਹਨਾਂ ਕਿੰਨੀ ਸਬਸਿਡੀ ਦੇ ਲੈਣੀ ਹੈ ਐਜ਼ ਕੰਪੇਅਰ ਟੂ ਯੂਨਾਈਟਿਡ ਸਟੇਟਸ, ਐਜ਼ ਕੰਪੇਅਰ ਟੂ ਯੂਰਪੀਅਨ ਕੰਟਰੀ। ਸਾਡੀ ਸਬਸਿਡੀ ਦੇ ਨਾ ਮਾਤਰ ਹੈ। जब हम वाले दे चले थे बैरीकेड तोड़ते हुए, मैंने कहा था उरी दे मोदी नू एक लाइन लिख दे, 3 लाइन तेरी मजूरा मानू, एक लाइन मारी लिख दे, इनू MSP गारंटी कानून बना दे। फिर जब हम दिल्ली चले गए, फिर मैंने कहा इनू ये कानून रद्द और MSP गारंटी कानून। हाली भी टाइम है या जे कहीं 2 कदम हो लगा चक लिया ना, परोठा तीसरा भी तारना पड़ेगा। ਲੰਗਰ ਦੀ ਪ੍ਰਥਾ ਸਿਰਫ ਇੱਕ ਧਰਮ ਦੀ ਨਹੀਂ ਬਲਕਿ ਇਨਸਾਨੀਅਤ ਦਾ ਕਰਤੱਵ ਹੈ ਤੇ ਆਪਣੇ ਇਸੇ ਕਰਤੱਵ ਨੂੰ ਪੂਰਾ ਕਰਦੇ ਹੋਏ ਸਾਡੇ ਨਾਲ ਇਸ ਮਹਾਸਭਾ ਦਾ ਹਿੱਸਾ ਬਣੇ ਨੇ ਚੰਡੀਗੜ੍ਹ ਦੇ ਰਹਿਣ ਵਾਲੇ ਇਹ ਨੌਜਵਾਨ। ਆਓ ਇਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਕੀ ਨਾਮ ਹੈ ਤੁਹਾਡਾ? ਮੁਬਸ਼ਰ ਖਾਨ। ਮੁਬਸ਼ਰ ਖਾਨ ਜੀ। ਮੁਬਸ਼ਰ ਖਾਨ ਜੀ, ਕਿਵੇਂ ਅੱਜ ਇੱਥੇ ਮਹਾਸਭਾ 'ਚ ਆਉਣ ਦਾ ਤੁਹਾਡਾ ਪਲਾਨ ਬਣਿਆ? महासभा मेरे भाई जो हैं बड़े, उन्होंने मुझे कहा कि चलो सेवा करनी है और सेवा में तो कभी पीछे नहीं है। जैसे कि कुरान में लिखा भी है कि खिदमत से तो खुदा मिलता है। ਜੀ, ਕਿਸਾਨ ਅੰਦੋਲਨ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਔਰ ਕਿਵੇਂ ਦਾ ਲੱਗ ਰਿਹਾ ਇਸ ਦਾ ਹਿੱਸਾ ਬਣ ਕੇ? पहली बात तो लोगों को बहुत ही मैनिपुलेट कर दिया गया है। मैं ये कहना चाहूँगा आपके चैनल के थ्रू कि हमारी जो लड़ाई है वो किसी एक पार्टी से नहीं है, हम किसी एक पार्टी के साथ नहीं है, हम किसी एक पार्टी के खिलाफ नहीं है, हम साथ हैं हक के, जो चीज़ सच्ची है। अब हम खिलाफ हैं इन 3 कानूनों के जो काले कानून जो पास किए हैं हमारी सरकार ने। मैनिपुलेट ये कर दिया गया है कि ये तो सरकार के खिलाफ है, और जो ट्रेंड चला है आपको भी पता है कि जो सरकार के खिलाफ है या तो वो एंटी नेशनल आतंकवादी है। ਜੀ ਜੀ, ਅਗਰ ਤੁਹਾਨੂੰ ਲੱਗਦਾ ਹੈ ਕਹਿਣਾ ਸਹੀ ਹੁੰਦਾ ਹੈ ਹਰ ਵਾਰ ਕਿ ਆਤੰਕਵਾਦੀ, ਖਾਲਿਸਤਾਨੀ, ਪਾਕਿस्तानी ਐਵੇਂ ਦੇ ਖਿਤਾਬ ਮਿਲਦੇ ਨੇ ਜਦੋਂ? जी सही तो कहीं हद तक भी नहीं है, और अब तो लोगों को भी समझ आने लग गई ये चीज़ कि एक चीज़ बहुत दिनों तक नहीं चलती है। अब एक तो पहली तो ये ट्रेंड ही बना लिया है कि अगर कोई मुसलमान खिलाफ बोलता है तो पाकिस्तान से, अगर कोई सिख भाई खिलाफ बोलता है तो खालिस्तान से है। लोगों को भी अब धीरे धीरे समझ आने लग गया है कि ये सिर्फ ट्रिक्स हैं मैनिपुलेट करने के। वीरो ना अकना ना थकना ना रुकना, क्यों जो ये हमला आ ये कल्ला किसानां दे हमला नहीं, ये पूरे देश नूं बेच देण लई
मोदी सरकार दी एक साजिश गिणी मिट्टी साजिश है और कुछ लोगों नू पूरे का पूरा देश बेच देने की तैयारी हो गई है। ਸਤਿ ਸ਼੍ਰੀ ਅਕਾਲ ਜੀ, ਕੀ ਹੈ ਤੁਹਾਡਾ ਨਾਮ? ਮੇਰਾ ਨਾਮ ਦਾਨਿਸ਼ ਹੈ ਜੀ। ਦਾਨਿਸ਼, ਤੁਸੀਂ ਆਪਣੀ ਥੋੜੀ ਜਿਹੀ ਮੈਨੂੰ ਤੁਸੀਂ ਇੱਥੇ ਇੱਕ ਪੇਂਟਿੰਗ ਕਰ ਰਹੇ ਹੋ, ਕਲਾ ਕਰ ਰਹੇ ਹੋ, ਤੇ ਅਸੀਂ ਇੱਥੇ ਇੱਕ ਕ੍ਰਾਂਤੀ ਦਾ ਹਿੱਸਾ ਬਣਨ ਆਏ ਆ। ਮੈਨੂੰ ਤੁਸੀਂ ਦੱਸੋ ਕਿ ਕੀ ਹੈ ਤੁਹਾਡਾ ਅੱਜ ਦਾ ਇਸ ਪੇਂਟਿੰਗ ਦਾ ਮੋਟਿਵ? ਮੈਂ ਤਾਂ ਜੀ ਸਟੂਡੈਂਟ ਹੈਗਾ ਗਵਰਨਮੈਂਟ ਕਾਲਜ ਆਫ ਆਰਟ ਸੈਕਟਰ 10 ਤੇ ਮੇਨ ਮਕਸਦ ਇਹ ਬਣਾਉਣ ਦਾ ਇਹੀ ਹੈ ਕਿ ਆਪਾਂ ਜਿਹੜੇ ਵੀ ਲੈਵਲ ਤੇ ਆ ਨਾ ਉਸ ਲੈਵਲ ਤੇ ਰਹਿ ਕੇ ਪ੍ਰੋਟੈਸਟ ਕਰ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਅਸੀਂ ਪ੍ਰੋਟੈਸਟ 'ਚ ਹੀ ਜਾਈਏ, ਉੱਥੇ ਬੈਠੀਏ। ਅਸੀਂ ਕਿੱਥੇ ਵੀ ਰਹਿ ਕੇ ਪ੍ਰੋਟੈਸਟ 'ਚ ਹਿੱਸਾ ਲੈ ਸਕਦੇ ਹਾਂ। ਕੋਈ ਦੁਕਾਨ ਤੇ ਹੈ, ਉਹ ਜਿੱਥੇ ਮਰਜ਼ੀ ਹੈ, ਉਹ ਡਰਾਈਵਿੰਗ ਕਰ ਰਿਹਾ, ਉੱਥੇ ਹੀ ਰਹਿ ਕੇ ਪ੍ਰੋਟੈਸਟ ਕਰ ਸਕਦਾ ਹੈ। ਤਾਂ ਮੈਂ ਆਪਣੀ ਫੀਲਡ ਨੂੰ ਲੈ ਕੇ ਇਹ ਆਪਣੇ ਥਾਟਸ ਐਕਸਪ੍ਰੈਸ ਕੀਤੇ ਹੈ जो कि वर्ड्स तो ज़्यादा अहमियत रखते हैं। जी जी हाँ जी, हम आज यहाँ महापंचायत में आए हैं चंडीगढ़ की, तो हमें लगता है कि जो कला है वो सबसे आसान और सबसे सही तरीका है हर तबके तक, समाज के हर तबके तक अपना मैसेज पहुँचाने का। तो इसीलिए हमने और तरीके ना चुन के ये कला का एक तरीका चुना है कि इसके द्वारा हम अपना मैसेज जो है वो दूर दूर के लोगों तक, देखो आप सभी देख सकते हो कि कला को है जो हर कोई समझता है। ये वाली भाषा हर किसी को समझ में आती है, किसी भी ज़बान का हो और किसी भी प्रांत का रहने वाला इंसान हो। तो ये हम कला के माध्यम से किसान आंदोलन को सपोर्ट कर रहे हैं और पीछे भी हम करते आए और आगे भी हम दिल्ली टिकरी बॉर्डर हो या सिंगू बॉर्डर हो, हमने जगह जगह पर हमारा वहाँ पर स्टॉल है और यहाँ पर भी हमारा उधर बुक स्टॉल भी लगा हुआ है। उसके ज़रिए हम बुक्स के ज़रिए लोगों को एजुकेट करना चाहते हैं। उसमें हर तरीके की बुक्स है, जैसे लोगों को क्या क्या पता होना चाहिए, सारा कुछ। जो ये बोल रहे हैं कि लोग पढ़े लिखे नहीं है, पढ़े लिखे नहीं, बुक्स हमारे पास सारी मौजूद है। क्या बिल है, उससे क्या नुकसान होने वाला है, क्या हर तरीके की बुक्स हैं। तो वो पढ़ लिख के हम लोग यहाँ आंदोलन करने आए हुए हैं। उसके अलावा जो अनपढ़ लोग हैं जिनको ये बोलते हैं कि इनको तो कानून समझ में नहीं आता, ये नहीं आता, वो नहीं आता, हम अनपढ़ लोग नहीं हैं, हम पढ़े लिखे एजुकेटेड लोग हैं, हम यूथ है देश की। तो हम उन लोगों को भी साथ ही साथ पढ़ा रहे हैं, उन लोगों को भी समझा रहे हैं जिनको ये चीज़ समझ नहीं आती। ਪ੍ਰਗਿਆ ਹੁਣੀ ਮੈਂ ਤੁਹਾਡੇ ਸਾਥੀ ਨਾਲ ਗੱਲ ਕਰ ਰਹੀ ਸੀ ਤੇ ਉਹਨਾਂ ਨੇ ਦੱਸਿਆ ਕਿ ਦੇਸ਼ ਦਾ ਨੌਜਵਾਨ ਬਿਲਕੁਲ ਅਵੇਅਰ ਹੈ ਕਿ ਕੀ ਹੋ ਰਿਹਾ ਹੈ, ਕੀ ਨੁਕਸਾਨ ਹੋਏਗਾ ਇਸ ਬਿੱਲ ਦਾ। ਤੁਹਾਨੂੰ ਔਰ ਤੁਸੀਂ ਵੀ ਅੱਜ ਆਪਣੀ ਇਸ ਪੇਂਟਿੰਗ ਦੇ ਥਰੂ ਉਹੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਕੀ ਲੱਗਦਾ ਹੈ ਦੇਸ਼ ਦਾ ਨੌਜਵਾਨ ਐਗਜ਼ੈਕਟਲੀ ਕਿੰਨੇ ਅਵੇਅਰ ਨੇ, ਕਿੰਨੇ ਨੌਜਵਾਨ ਨੂੰ ਪਤਾ ਹੈ ਕਿ ਕੀ ਹੋਣ ਵਾਲਾ ਹੈ ਜਾਂ ਕੀ ਹੋ ਸਕਦਾ ਹੈ, ਕੀ ਆਊਟਕਮਸ ਨਿਕਲ ਸਕਦੇ ਨੇ? ਆਪਣੀ ਕਲਾ ਦੇ ਅਕੋਰਡਿੰਗ ਤੁਸੀਂ ਕਿਵੇਂ ਸਪੋਰਟ ਕਰ ਰਹੇ ਹੋ ਇਸ ਨੂੰ? मुझे लगता है कि पिछले कुछ सालों में जब से खास करके बीजेपी आरएसएस आई है सत्ता में, आप देखिए लगातार प्रोटेस्ट जो हैं वो लगातार हो रहे हैं, यूनिवर्सिटीज़ में हो रहे हैं, स्टूडेंट प्रोटेस्ट कर रहा है ना, महिलाओं के ऊपर हिंसा बढ़ी है। अभी इससे पहले एनआरसी वाला मूवमेंट हमने देखा, अभी फार्मर्स का मूवमेंट हम देख रहे हैं लगा। तो कहीं ना कहीं इन सारे मूवमेंट्स में नौजवानों की बड़ी शिरकत है, बड़ी हिस्सेदारी है। तो मुझे लगता है कि वो समझ रहे हैं, आज का जो भी पढ़ा लिखा यूथ है, यूथ जनरेशन है, वो यूनिवर्सिटीज़ में जा रही है, जगह जगह जा रही है, अपने सोशल रोल को जो एक उसका सोशल रोल है उसको भी अच्छी तरह से समझ रही है। तो मेरा ये मानना है कि नौजवान इस पूरे प्रोटेस्ट को पूरी तरीके से सपोर्ट कर रहे हैं। उधर दा अडानी गोदाम बनाउण लग रहा है, मोदी कानून बनाउण लग रहा है कि जिन्ना मर्जी अनाज खरीदो, जिन्ना मर्जी सामो। ਜਦੋਂ ਉਹਦੀ ਜਿਹੜਾ ਕਮੈਂਟਮੈਂਟ ਹੋਈ ਹੈ ਕਿ ਐਨੇ ਗੋਦਾਮ ਬਣਾ ਲੈ, ਤਾਂ ਦੱਸੋ ਮੋਦੀ ਕਿਹੜੇ ਮੂੰਹ ਨਾਲ ਕਾਨੂੰਨ ਰੱਦ ਕਰ ਦੇਵੇ? ਤੁਹਾਨੂੰ ਸਮਝ ਨਹੀਂ ਆਉਂਦੀ ਕਿਉਂਕਿ ਬਾਹ ਉਧਰੋਂ ਮਰੋੜੀ ਹੋਈ ਹੈ। ਅਡਾਨੀ ਨਾਲੋਂ ਜਾਰੀ ਟੁੱਟਦੀ ਹੈ। ਹੁਣ ਸਵਾਲ ਇਹ ਹੈ ਕਿ ਜਾਰੀ ਅਡਾਨੀ ਨਾਲ ਰੱਖੇ ਕਿ ਲਿਹਾਜ਼ ਲੋਕਾਂ ਨਾਲ ਰੱਖੇ। ਜੇ ਅਡਾਨੀ ਨਾਲ ਜਾਰੀ ਰੱਖਦਾ ਤਾਂ ਲੋਕ ਵਿਗੜਦੇ ਨੇ, ਜੇ ਲੋਕ ਵਿਗੜਦੇ ਨੇ ਤਾਂ ਦੁਨੀਆ 'ਚ ਗੱਲ ਜਾਂਦੀ ਹੈ। ਜੇ ਦੁਨੀਆ 'ਚ ਗੱਲ ਜਾਂਦੀ ਹੈ ਤਾਂ 86 ਨੁਕਸਾਨ ਹੁੰਦਾ ਹੈ। ਜੇ 86 ਨੁਕਸਾਨ ਹੁੰਦਾ ਹੈ ਤਾਂ ਕੁਰਸੀ ਜਾਂਦੀ ਹੈ, ਕੁਰਸੀ। ਇਹ ਰੌਲਾ ਕੁਰਸੀ ਦਾ ਹੈ। ਹੁਣ ਫੈਸਲਾ ਭਰਾਵੋ ਤੁਸੀਂ ਨੇ ਕਰਨਾ ਹੈ ਕਿ ਇਸ ਮੋਦੀ ਦੀ ਕੁਰਸੀ ਦੀ ਮਿੱਟੀ ਕਦੋਂ ਖਿੱਚਣੀ ਹੈ। ਕਲਾ ਦੀ ਕ੍ਰਾਂਤੀ, ਨੌਜਵਾਨਾਂ ਦਾ ਜਜ਼ਬਾ ਤੇ ਸਾਡੇ ਬਜ਼ੁਰਗਾਂ ਦਾ ਹੌਸਲਾ। ਚੰਡੀਗੜ੍ਹ ਦੀ ਅੱਜ ਦੀ ਇਸ ਮਹਾਸਭਾ ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਿਆ। ਅਸੀਂ ਕੋਸ਼ਿਸ਼ ਕੀਤੀ ਕਿ ਤੁਹਾਨੂੰ ਇਸ ਮਹਾਸਭਾ ਦੇ ਅਲੱਗ-ਅਲੱਗ ਰੰਗਾਂ ਨਾਲ ਜਾਣੂ ਕਰਵਾਈਏ, ਦਿਖਾਈਏ ਕਿ ਕੀ ਸੋਚਦੇ ਨੇ ਦੇਸ਼ ਦੇ ਆਮ ਲੋਕ। ਆਸ਼ਾ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਅੱਗੇ ਵੀ ਤੁਹਾਨੂੰ ਅਜਿਹੀਆਂ ਬਹੁਤ ਸਾਰੀਆਂ ਖਬਰਾਂ ਨਾਲ ਜਾਣੂ ਕਰਵਾਉਂਦੇ ਰਵਾਂਗੇ, ਰੂਬਰੂ ਕਰਵਾਉਂਦੇ ਰਵਾਂਗੇ। ਅੱਜ ਲਈ ਬਸ ਇੰਨਾ ਹੀ।
ਕੈਮਰਾ ਪਰਸਨ ਹਰਪ੍ਰਵੇਸ਼ ਸਿੰਘ ਅਤੇ ਗੁਰਬਖਸ਼ ਚੰਡੀ ਦੇ ਨਾਲ ਮੈਂ ਗੁਰਮਿਲਨ ਕੌਰ, ਕਨੈਕਟ FM ਕੈਨੇਡਾ।